दिल्ली में किसान आंदोलन को 11 दिन हो गए हैं, लेकिन अभी तक उनकी मांगों को सरकार द्वारा नहीं माना गया। इसके विरोध में कल यानी 8 दिसंबर को सभी किसान जत्थेबंदियों ने भारत बंद का ऐलान किया है, जिससे सीपीआई रेड स्टार का भी समर्थन मिल रहा है। चंडीगढ़ में प्रेस वार्ता के दौरान कम्युनिटी पार्टी ऑफ इंडिया रेड स्टार के सेक्रेटरी कमरेड लक्षर सिंह ने कहा कि उनकी पार्टी की ओर से कल भारत बंद पर किसानों को समर्थन दिया जा रहा है, और इतना ही नहीं, समर्थन देने के साथ साथ इन तीनों कृषि बिलों को तुरंत प्रभाव से निरस्त करने की भी सरकार से मांग की जा रही है। We are in the struggle from last 70 years, where the land rights, distribution of land, the equal distribution of land has never been done by the government of India, even though there are all the provisions in the Constitution of India. We today, standing with CPI, ML Red Star and Manrega Worker Union, demand from the government of India equal distribution of land, equal rights to all the citizens of India, along with the farmers, the rights for the workers, Manrega workers of India. The problem here is the BJP thinks the Manrega workers are the Congress creations, and the Congress thinks it's the BJP creation, but in the end it is the worker which is getting suppressed. I here demand from the government of India to give the rights of the worker. ਸਾਡਾ ਹੱਕ ਇੱਥੇ ਰੱਖ। ਔਰ ਮੇਰੇ ਖਿਆਲ 'ਚ ਜਦੋਂ ਅਸੀਂ ਸਾਰੇ ਇੱਕ ਸ਼ਕਤੀ ਬਣ ਕੇ ਮਹਾਰਾਜੇ ਪਟਿਆਲਾ ਨੂੰ ਘੇਰਾਂਗੇ ਤਾਂ ਇੱਕ ਵੱਡਾ ਅੰਦੋਲਨ 15 ਦਸੰਬਰ ਨੂੰ ਨਜ਼ਰ ਆਏਗਾ। ਉਹ ਜਿਹੜਾ ਉਹਨਾਂ ਨੇ ਪ੍ਰੋਮਿਸ ਕੀਤਾ ਸੀ, ਖਾਸ ਕਰਕੇ ਵੀ ਬੇਰੁਜ਼ਗਾਰੀ ਭੱਤਾ ਦੇਵਾਂਗੇ ਜਾਂ ਘਰ ਘਰ ਨੌਕਰੀ ਦੇਵਾਂਗੇ, ਸਮਾਰਟਫੋਨ ਦੇਵਾਂਗੇ, ਉਹ ਤੋਂ ਬਾਅਦ ਜਸਟਿਸ ਦੇਵਾਂਗੇ, ਨਸ਼ਿਆਂ ਦਾ ਖਾਤਮਾ ਕਰਾਂਗੇ। ਇਹ ਸਰਕਾਰਾਂ ਸਾਰੀਆਂ ਕੇਂਦਰ ਸਰਕਾਰ, ਸਟੇਟ ਗਵਰਨਮੈਂਟ ਫੇਲ ਹੋ ਚੁੱਕੀ ਹੈ। ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਹੈਗੀ ਆ, ਜਿਹੜੀ ਕਿ ਕ੍ਰਾਂਤੀਕਾਰੀਆਂ ਦੀ ਪਾਰਟੀ ਹੈ, ਸੰਪੂਰਨ ਤੌਰ ਉੱਤੇ ਉਹਨਾਂ ਦੇ ਨਾਲ ਖੜੀ ਹੈ, ਆਲਰੇਡੀ ਨਾਲ ਖੜੀ ਹੈ। ਮੈਂ ਤਾਂ ਮਤਲਬ ਜਿਹੜਾ ਹੈਗਾ ਆ ਬਜ਼ੁਰਗੀ ਕਰਕੇ ਜਰਾ ਇੱਥੇ ਬੈਠਾ, ਨਹੀਂ ਤਾਂ ਮੈਂ ਵੀ ਉੱਥੇ ਹੀ ਹੋਣਾ ਸੀ। ਇਸ ਕਰਕੇ ਅਸੀਂ ਸਪੋਰਟ ਹੀ ਨਹੀਂ ਕਰਦੇ, ਉਸ ਦੇ ਵਿੱਚ ਬੈਠੇ ਆ। ਸਰ ਇਹ ਵੀ ਆਇਆ ਅਪਾਇੰਟਮੈਂਟ, ਇਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ, ਲੇਕਿਨ ਕਈਆਂ ਦਾ ਕਹਿਣਾ ਹੈ ਕਿ ਤਿੰਨੋਂ ਜਿਹੜੇ ਬਿੱਲ ਹੈ ਰੱਦ ਕੀਤੇ ਜਾਣ। ਬਿਲਕੁਲ ਰੱਦ ਕੀਤੇ ਜਾਣ, ਕੋਈ ਤਬਦੀਲੀ ਦੀ ਸਾਨੂੰ ਜ਼ਰੂਰਤ ਨਹੀਂ। ਇਹ ਸਾਰਾ ਲਾ ਜਿਹੜਾ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਲਈ ਬਣਾਇਆ ਗਿਆ ਹੈਗਾ। ਇਹ ਤਿੰਨੋਂ ਦੇ ਤਿੰਨੋਂ ਹੀ ਜਿਹੜੇ ਹੈਗੇ, ਇਸ ਲਈ ਇਸ ਨੂੰ ਪੂਰਾ ਪਾੜ ਕੇ ਸੁੱਟ ਦਿੱਤਾ ਜਾਏ। ਕੋ CPML ਰੈੱਡ ਸਟਾਰ ਦੇ ਸ਼ਬਦ ਨੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ। ਇਹ ਕਿਸਾਨ ਨਹੀਂ ਹੈਗੇ, ਅਸੀਂ 80 ਸਾਲ ਦੇ ਬਜ਼ੁਰਗ ਇਸ ਕਰਕੇ ਘਰਾਂ 'ਚ ਬੈਠੇ ਹਾਂ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਨਹੀਂ ਤੁਸੀਂ ਨਹੀਂ ਜਾਣਾ, ਲੇਕਿਨ ਅਸੀਂ ਵੀ ਮੌਕਾ ਪਿਆ ਤੇ ਥੋੜ੍ਹੇ ਦਿਨਾਂ ਦੇ ਅੰਦਰ ਅਸੀਂ ਵੀ ਉਸ ਘੋਲ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਅਸੀਂ ਉਮਰ ਨੂੰ ਨਹੀਂ ਦੇਖਾਂਗੇ। ਸਭ ਤੋਂ ਵੱਡੀ ਗੱਲ ਇਹ ਇੱਕ ਛੋਟਾ ਜਿਹਾ ਇਸ਼ੂ ਨਹੀਂ, 3 ਉਹ ਕਾਨੂੰਨ ਜਿਹੜੇ ਮੋਦੀ ਗਵਰਨਮੈਂਟ ਨੇ ਲਾਕਡਾਊਨ ਦੇ ਅੰਦਰ ਪਾਸ ਕੀਤੇ ਨੇ ਉਹ ਅਨਕਨਸਟੀਟਿਊਸ਼ਨਲ ਨੇ। That laws are unconstitutional against peasant, not peasantry, but against all our people. ਸਾਡੀਆਂ ਮੰਡੀਆਂ ਜਾਂਦੀਆਂ ਰਹਿਣਗੀਆਂ, ਸਾਡਾ ਸਾਰਾ ਕੁਝ ਲੁੱਟ-ਪੁੱਟ ਹੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਜਾਊਗਾ। ਉਹ ਕਾਰਪੋਰੇਟ ਘਰਾਣੇ ਜਿਹੜੇ ਸਭ ਤੋਂ ਵੱਡੇ ਅਡਾਨੀ ਤੇ ਅੰਬਾਨੀ, ਜਿਹੜੇ ਸਭ ਤੋਂ ਵੱਡੇ ਲੁਟੇਰੇ ਨੇ ਇਸ ਹਿੰਦੁਸਤਾਨ ਦੇ, ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਉਹਨਾਂ ਦੇ ਹੱਕ ਵਿੱਚ ਸਭ ਕੁਝ ਕਰ ਰਹੀ ਹੈ। ਉਹ ਨਹੀਂ ਜਾਣਨਾ ਚਾਹੁੰਦੇ ਕਿ ਇਹ ਹਿੰਦੁਸਤਾਨ ਦੇ ਇਕੱਲੇ ਕਿਸਾਨਾਂ ਦੀ ਮੂਵਮੈਂਟ ਨਹੀਂ, ਕੱਲ੍ਹ ਨੂੰ ਖੇਤ ਮਜ਼ਦੂਰ ਵੀ ਇਸ ਘੋਲ ਵਿੱਚ ਸ਼ਾਮਲ ਹੋਣਗੇ। ਇਹ ਨਹੀਂ ਹੈ, ਹਿੰਦੁਸਤਾਨ ਦੇ ਲੋਕ ਵੀ, ਸਧਾਰਨ ਲੋਕ ਵੀ ਇਸ ਘੋਲ ਵਿੱਚ ਸ਼ਾਮਲ ਹੋਣਗੇ। ਅਸੀਂ ਉਹਨਾਂ ਲੋਕਾਂ ਵਿੱਚੋਂ ਆ ਜਿਨ੍ਹਾਂ ਨੇ ਸਾਰੀ ਉਮਰ ਸੰਘਰਸ਼ ਲਈ ਲਾਤੀ ਹੈ। ਉਹ ਸਾਨੂੰ ਲਲਕਾਰ ਰਿਹਾ, ਉਸਨੇ ਸਾਡੇ ਉੱਤੇ ਕੱਲ੍ਹ ਹੀ ਪ੍ਰੈਸ 'ਤੇ ਵੀ ਪਾਬੰਦੀਆਂ ਲਾਈਆਂ, ਸਾਰਾ ਕੁਝ ਮਤਲਬ ਜਿਹੜਾ ਬਲੈਕਆਊਟ ਕਰਨਾ ਚਾਹੁੰਦਾ, ਲੇਕਿਨ ਇਸ ਦੇ ਬਾਵਜੂਦ ਵੀ ਅਸੀਂ ਮੈਦਾਨ ਵਿੱਚ ਹੈ। ਅੱਜ ਪ੍ਰੈਸ ਕਾਨਫਰੰਸ ਇਸੇ ਇਸ਼ੂ ਨੂੰ ਮੁੱਖ ਰੱਖ ਕੇ ਅਸੀਂ ਕਰ ਰਹੇ ਹਾਂ। ਮੈਂ ਹੁਣ ਆਪਣੇ ਇਸ਼ੂ 'ਤੇ ਆਊਂਗਾ। CPML ਰੈੱਡ ਸਟਾਰ, ਜਿਸ ਪਾਰਟੀ ਦਾ ਮੈਂ ਸਕੱਤਰ ਹਾਂ, ਜਿਸ ਨੂੰ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਲੈਨਨਵਾਦੀ ਰੈੱਡ ਸਟਾਰ ਕਹਿੰਦੇ ਨੇ, ਜਿਹਦੇ ਪਿੱਛੇ ਮਤਲਬ ਜਿਹੜੇ ਹੈਗੇ ਲੱਗੇ ਨੇ, ਉਹਨਾਂ ਦਾ ਮੈਂ ਸਟੇਟ ਦਾ ਔਰ ਚੰਡੀਗੜ੍ਹ ਦਾ
ਸਕੱਤਰ ਹਾਂ, ਜਿਸ ਨੂੰ ਕਿ ਮੈਂ ਆਪਣੇ ਪ੍ਰੈਸ ਵਾਲਿਆਂ ਨੂੰ ਜਾਣਦਾ ਹੀ ਹਾਂ ਕਿ ਜਦੋਂ ਮੈਂ ਮਤਲਬ ਚੰਡੀਗੜ੍ਹ ਤੋਂ ਐਜ਼ MP ਖੜਾ ਹੋਇਆ ਸੀ, ਉਹ ਸਿਰਫ ਇਸ ਲਾਲ ਝੰਡੇ ਲਈ ਖੜਾ ਹੋਇਆ ਸੀ। ਉਸ ਵਕਤ ਵੋਟਾਂ ਦਾ ਨਜ਼ਰੀਆ ਨਹੀਂ ਸੀ। ਅੱਜ ਮੈਂ ਇਸ ਸਟਰਗਲ ਦੇ ਨਜ਼ਰੀਏ ਤੋਂ ਇੱਥੇ ਤੁਹਾਡੇ ਪਾਸ ਬੈਠਾ। ਇਹ ਸਟਰਗਲ ਦਾ ਨਜ਼ਰੀਆ ਛੋਟਾ ਨਹੀਂ ਹੈ। ਸਿਰਫ 3 ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਨਹੀਂ ਹੈਗੀ। ਇਹ ਪੋਲੀਟੀਕਲ ਘੋਲ ਹੈ, ਇਹ ਸਿਆਸੀ ਘੋਲ ਹੈ, ਆਰਥਿਕ ਘੋਲ ਨਹੀਂ। ਆਰਥਿਕ ਘੋਲ ਤੋਂ ਸਿਆਸੀ ਘੋਲ ਵੱਲ ਨੂੰ ਜਾਂਦੀ ਹੈ ਲੜਾਈ। ਸਾਡੀ ਸਿਆਸੀ ਲੜਾਈ ਹੈ। ਸਰਕਾਰ ਸਾਡੇ ਗਰੀਬ ਕਿਸਾਨਾਂ ਦੇ ਹੱਕ, ਮਜ਼ਦੂਰਾਂ ਦੇ ਹੱਕ ਅਤੇ ਦੱਬੀ ਕੁਚਲੀ ਜਨਤਾ ਦੇ ਹੱਕ ਜਿਹੜੇ ਹੈਗੇ ਆ, ਉਹਨਾਂ ਨੂੰ ਦਬਾ ਕੇ, ਸਾਨੂੰ ਕ੍ਰਸ਼ ਕਰਕੇ ਇਹ ਸਰਕਾਰ ਜਿਹੜੀ ਹੈਗੀ ਹੈ ਉਹ ਅਡਾਨੀ ਅੰਬਾਨੀ ਦੇ ਹੱਕ ਵਿੱਚ ਪੂਰੀ ਤੌਰ ਉੱਤੇ ਭੁਗਤ ਵੀ ਰਹੀ ਹੈ ਔਰ ਭੁਗਤਣ ਵੀ ਜਾ ਰਹੀ ਹੈ। ਲੇਕਿਨ ਅਸੀਂ ਇਸ ਦੀ ਇਹ ਸ਼ੈਤਾਨੀ ਜਿਹੜੀ ਹੈਗੀ ਆ ਰੂਹ, ਉਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਹੁਣ ਮੈਂ ਤੁਹਾਡੇ ਪਾਸ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਰੱਖ ਦਿੰਦਾ। ਮੈਂ ਛੋਟੀ ਜਿਹੀ ਅੰਗਰੇਜ਼ੀ ਬੋਲਣੀ ਆ ਤੁਹਾਡੇ ਪਾਸ। ਚੰਡੀਗੜ੍ਹ, ਇਸ ਨੂੰ ਮੈਂ ਪ੍ਰੈਸ ਨੋਟ ਨਹੀਂ ਕਹੂੰਗਾ, ਲੇਕਿਨ ਐਜ਼ ਪ੍ਰੈਸ ਨੋਟ ਹੀ ਲੈਣਾ। CPI-ML ਰੈੱਡ ਸਟਾਰ supports struggle of peasants lying at Delhi borders since last 11 days from 26th of November till date for rollback of 3 farm sector laws and claimed that the new laws would destroy Indian agriculture by mortgaging it to corporates। ਸਮਝ ਗਏ ਨਾ ਸਾਰੇ? ਅੰਗਰੇਜ਼ੀ ਤਾਂ ਜਾਣਦੇ ਹੀ ਆ। ਇਟ ਸਪੋਰਟ ਮਤਲਬ ਸਾਡੀ ਜਿਹੜੀ ਸਟਰਗਲ ਹੈ, ਇਟ ਸਪੋਰਟਸ ਦਾ ਬੰਦ ਆਫ 8th of December। ਅਸੀਂ ਮਤਲਬ ਜਿਹੜਾ ਹੈਗਾ ਕੱਲ ਲਈ ਬੰਦ ਲਈ ਮਤਲਬ ਜਿਹੜਾ ਹੈਗਾ ਉਹ ਸਪੋਰਟ ਕਰਦੇ ਹਾਂ। ਵੀ ਡਿਮਾਂਡ the legitimate demands of the farmers be accepted by Government of India immediately। मतलब अगे मैं जो बोलिया withdraw laws, anti people laws, anti farmer laws। We also supports the demands of farmers agitating at Delhi borders। Modi government accept demands of peasants immediately and not destroy time in talks। It is a tactic of Indian government to delay the decision by not taking decision। CPI-ML रेड स्टार सेक्रेटरी लश्कर सिंह। दूसरी एक चीज़ ये है, दूसरा साडा एक इशू है जिस दे अंदर ਅਸੀਂ ਮਹਾਰਾਜਾ ਪਟਿਆਲੇ ਦਾ ਘਿਰਾਓ ਕਰ ਰਹੇ ਹਾਂ 15 ਤਰੀਕ ਨੂੰ, ਜਿਹੜਾ ਕਿ ਨਰੇਗਾ ਵਰਕਰਸ ਯੂਨੀਅਨ ਉਸ ਦਾ ਮਤਲਬ ਜਿਹੜਾ ਘਿਰਾਓ ਕਰੂਗੀ। ਉਹਨਾਂ ਵੱਲੋਂ ਪਕੜਾ ਦਿਓ ਮੈਨੂੰ ਜਰਾ ਸਾਥੀ ਰੇਸ਼ਮ ਸਿੰਘ ਜੀ, ਉਹਨਾਂ ਦੇ ਪ੍ਰੈਜ਼ੀਡੈਂਟ ਸਾਡੇ ਵਿੱਚ ਨੇ, ਉਹਨਾਂ ਦੇ ਸਕੱਤਰ ਨੇ ਆਲ ਇੰਡੀਆ ਲੈਵਲ ਦੇ। ਸਾਥੀ ਰੇਸ਼ਮ ਸਿੰਘ ਜੀ ਜਰਾ ਮਤਲਬ ਦੱਸ ਦਿਓ। ਸਾਥੀ ਦੂਸਰੇ ਜਿਹੜੇ ਹੈਗੇ ਸਕੱਤਰ ਉਹ ਦੱਸ ਦੇਣ। ਇਹ ਸਾਡੀ ਖੇਤ ਮਜ਼ਦੂਰ ਆਰਗੇਨਾਈਜੇਸ਼ਨ ਹੈ ਹਿੰਦੁਸਤਾਨ ਲੈਵਲ 'ਤੇ, ਲੇਕਿਨ ਅਸੀਂ ਤਾਂ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਚੱਲ ਰਹੇ ਹਾਂ। ਪੰਜਾਬ ਦੇ ਇਸ਼ੂਜ਼ ਇਹ ਨੇ, 15 ਦਸੰਬਰ ਨੂੰ ਅਸੀਂ ਮਹਾਰਾਜਾ ਪਟਿਆਲੇ ਦਾ ਪੈਲੇਸ ਕੇ ਦਾ ਘਿਰਾਓ ਕਰਾਂਗੇ। ਜਿਹੜੇ ਉਸਨੇ ਚੋਣਾਂ ਦੌਰਾਨ ਵਾਅਦੇ ਕੀਤੇ ਸਨ, ਅਸੀਂ ਉਹਨਾਂ 'ਤੇ ਆਪਣਾ ਸਟ੍ਰੈਸ ਦੇਵਾਂਗੇ। ਪੰਜਾਬ ਦੇ ਹਰ ਨੌਜਵਾਨ ਲਈ ਨੌਕਰੀ ਜਾਂ ਬੇਰੁਜ਼ਗਾਰੀ ਭੱਤਾ, ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ, ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ। 10/10/2014 ਨੂੰ SC ਕਰਮਚਾਰੀਆਂ ਖਿਲਾਫ ਅਕਾਲੀ BJP ਸਰਕਾਰ ਵੱਲੋਂ ਕੀਤੇ ਆਰਡਰ ਵਾਪਸ ਲੈਣ ਸੰਬੰਧੀ ਉਹਨਾਂ ਨੇ ਇੱਕ ਆਰਡਰ ਕੀਤੇ ਸੀ ਪਾਸ BJP ਸਰਕਾਰ ਨੇ, ਉਹਨਾਂ ਦੇ ਵਿਰੁੱਧ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਹਾਲ ਕਰਨ ਸੰਬੰਧੀ ਅਤੇ SC BC ਵਿਦਿਆਰਥੀਆਂ ਦੀਆਂ ਰੁਕੀਆਂ ਡਿਗਰੀਆਂ ਅਤੇ ਸਰਟੀਫਿਕੇਟ ਦਿਵਾਉਣ ਸੰਬੰਧੀ। ਮੌਜੂਦਾ ਅਤੇ ਪਿਛਲੀ ਸਰਕਾਰ ਦੇ ਸਮੇਂ ਹੋਏ ਪੋਸਟ ਮੈਟ੍ਰਿਕ ਘਪਲੇ ਦੇ ਦੋਸ਼ੀਆਂ ਤੋਂ ਰਿਕਵਰੀ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਠੇਕਾ ਪ੍ਰਣਾਲੀ ਸਿਸਟਮ ਬੰਦ ਕਰਕੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਕਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਦੇ ਕਾਰਨ ਕੰਮਕਾਰ ਬੰਦ ਹਨ, ਲੋਕ
ਭੁੱਖਮਰੀ ਦੇ ਸ਼ਿਕਾਰ ਹਨ। ਇਸ ਕਰਕੇ ਪੰਜਾਬ ਦੇ ਹਰ ਪਰਿਵਾਰ ਨੂੰ ਗੁਜ਼ਾਰਾ ਕਰਨ ਲਈ ਰਿਲੀਫ ਫੰਡ ਵਿੱਚੋਂ 10,000 ਰੁਪਏ ਤੁਰੰਤ ਸਹਾਇਤਾ ਵਜੋਂ ਦਿੱਤੇ ਜਾਣ। ਸਰਕਾਰੀ ਨੌਕਰੀਆਂ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਸਿਸਟਮ ਬੰਦ ਹੋਵੇ। ਲੇਬਰ ਵਿਭਾਗ ਪੰਜਾਬ ਵੱਲੋਂ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੀਆਂ ਲੇਬਰ ਕਾਪੀਆਂ ਤੁਰੰਤ ਬਣਾਈਆਂ ਜਾਣ ਅਤੇ ਲੇਬਰ ਦੀਆਂ ਪੁਰਾਣੀਆਂ ਕਾਪੀਆਂ ਨੂੰ ਵੀ ਮੰਨਿਆ ਜਾਵੇ। ਇਹ ਹੈ ਯੂਨੀਅਨ ਵੱਲੋਂ ਸਾਡੇ ਮਤਲਬ ਜਿਹੜਾ ਦੂਸਰਾ ਹੈ ਕਿ ਮਗਨਰੇਗਾ ਜਿਹੜੀ ਸਾਡੀ ਮਨਰੇਗਾ ਯੂਨੀਅਨ ਹੈ ਉਹਦਾ ਵਰਕਰਾਂ ਨੂੰ ਪੂਰਾ ਸਾਲ 365 ਦਿਨ ਕੰਮ ਦਿੱਤਾ ਜਾਵੇ। ਵਰਕਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ। ਵਰਕਰਾਂ ਦੇ ਪਰਿਵਾਰ ਦੇ ਹਰੇਕ ਮੈਂਬਰ ਦਾ 10 ਲੱਖ ਦਾ ਬੀਮਾ ਕੀਤਾ ਜਾਵੇ। ਵਰਕਰਾਂ ਦੇ ਇਲਾਜ ਲਈ ਸਿਹਤ ਬੀਮਾ ਕੀਤਾ ਜਾਵੇ। ਵਰਕਰਾਂ ਨੂੰ ਹਰ ਸਾਲ ਗਰਮ ਠੰਡੀਆਂ 4 ਵਰਦੀਆਂ ਦਿੱਤੀਆਂ ਜਾਣ। ਕੇਂਦਰ ਸਰਕਾਰ ਦੇ 2012 ਦੇ ਫੈਸਲੇ ਅਨੁਸਾਰ ਇੱਕ ਕਨਾਲ ਦੇ ਮਤਲਬ ਰਿਹਾਇਸ਼ੀ ਪਲਾਟ ਦਿੱਤੇ ਜਾਣ। ਮਕਾਨ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਗਰੀਬ ਕਿਸਾਨਾਂ ਦੇ ਜੌਬ ਕਾਰਡ ਬਣਾਏ ਜਾਣ। ਵਰਕਰਾਂ ਦੀ ਹਫ਼ਤਾਵਾਰੀ ਛੁੱਟੀ ਯਕੀਨੀ ਬਣਾਈ ਜਾਵੇ। ਕੰਮ ਨਾ ਮਿਲਣ ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਵਰਕਰਾਂ ਨੂੰ 60 ਸਾਲ ਉਮਰ ਅਤੇ ਅਪਾਹਜ ਹੋਣ ਦੀ ਸੂਰਤ ਵਿੱਚ 5,000 ਰੁਪਏ ਪੈਨਸ਼ਨ ਦਿੱਤੀ ਜਾਵੇ। ਵਰਕਰਾਂ ਵੱਲੋਂ ਕੀਤੇ ਕੰਮ ਦੇ ਪੈਸਿਆਂ ਦਾ ਭੁਗਤਾਨ 15 ਦਿਨਾਂ ਵਿੱਚ ਕੀਤਾ ਜਾਵੇ। ਮਗਨਰੇਗਾ ਕਾਨੂੰਨ ਤਹਿਤ ਗਰੀਬ ਸ਼ਹਿਰੀਆਂ ਨੂੰ ਲਿਆ ਕੇ ਕੰਮ ਦਿੱਤਾ ਜਾਵੇ। ਸ਼ਾਮਲਾਟ ਜ਼ਮੀਨਾਂ ਵਿੱਚ ਦਲਿਤਾਂ ਨੂੰ ਤੀਜਾ ਹਿੱਸਾ ਦਿੱਤਾ ਜਾਵੇ। ਮੈਂ ਇਸ ਉੱਤੇ ਜਿਹੜਾ ਸਾਥੀਆਂ ਨੇ ਲਿਖਿਆ ਸੀ, ਨਹੀਂ, ਪੂਰਨ ਸ਼ਾਮਲਾਟ ਜ਼ਮੀਨ ਦਲਿਤਾਂ ਵਿੱਚ ਵੰਡੀ ਜਾਵੇ। ਪੂਰਨ, ਕੋਈ ਇਹਦੇ 'ਚ ਤੀਸਰੇ ਹਿੱਸੇ ਦਾ ਸਵਾਲ ਨਹੀਂ। ਸਾਨੂੰ ਜ਼ਮੀਨ ਪੂਰੀ ਦੀ ਪੂਰੀ ਚਾਹੀਦੀ ਹੈ ਜਿਹੜੀ ਕਿ ਸ਼ਾਮਲਾਟ ਹੈ। ਸ਼ਾਮਲਾਟ ਤੋਂ ਮਤਲਬ ਮਰੂਸੀ ਸ਼ਾਮਲਾਟ ਸਾਰੀਆਂ ਜ਼ਮੀਨਾਂ ਜਿਹੜੀਆਂ ਗਵਰਨਮੈਂਟ ਦੇ ਅਧਿਕਾਰ 'ਚ ਹੈ, ਜਿਹੜੀਆਂ ਪੰਚਾਇਤਾਂ ਦੇ ਅਧਿਕਾਰ 'ਚ ਹੈ, ਪੂਰੀ ਦੀ ਪੂਰੀਆਂ। ਇਹ CPIML ਰੈੱਡ ਸਟਾਰ ਤੇ ਮਗਨਰੇਗਾ ਯੂਨੀਅਨ ਦਾ ਪ੍ਰੋਗਰਾਮ ਹੈ। ਅਸੀਂ ਕੋਈ ਤੀਸਰਾ ਹਿੱਸਾ ਐਕਸੈਪਟ ਕਰਨੇ ਨੂੰ ਤਿਆਰ ਨਹੀਂ, ਜਿਹੜਾ ਕਿ ਪਹਿਲੇ ਚੌਧਰੀਆਂ ਨੇ ਮਤਲਬ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈਗਾ। ਕੋਈ ਕੁਛ ਨਹੀਂ ਦੇ ਰਹੇ ਹੈਗੇ, ਲੇਕਿਨ ਅਸੀਂ ਮੰਗ ਕਰਦੇ ਹਾਂ ਕਿ ਪੂਰਨ ਤੌਰ ਉੱਤੇ ਜਿਹੜੀ ਜ਼ਮੀਨ ਹੈ ਉਹ ਦਲਿਤ ਖੇਤ ਮਜ਼ਦੂਰਾਂ ਦੇ ਅੰਦਰ, ਉਹਨਾਂ ਗਰੀਬਾਂ ਕਿਸਾਨਾਂ ਦੇ ਅੰਦਰ ਵੰਡੀ ਜਾਵੇ, ਜਿਹੜੀ ਕਿ ਅਜੇ ਤੱਕ 70 ਸਾਲ ਦੇ ਅੰਦਰ ਉਹ ਜ਼ਮੀਨ ਤਾਂ ਕੀ ਹੈ, ਉਹਨਾਂ ਨੂੰ ਭੁੱਖੇ ਮਾਰਨ ਦੀ ਸਥਿਤੀ ਤੱਕ ਲੈ ਗਈ ਹੈ। ਸ਼ਾਮਲਾਟ ਜ਼ਮੀਨਾਂ ਵਿੱਚ ਪਿੰਡ ਸ਼ਹਿਰਾਂ ਦੇ ਗਰੀਬਾਂ ਦੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮਾਫ ਕੀਤੇ ਜਾਣ। ਇਹ ਜਿਹੜੇ ਬਿੱਲ ਹੈ ਇਹ ਮਾਫ ਕੀਤੇ ਜਾਣ ਗਰੀਬਾਂ ਦੇ। ਬੁਢਾਪਾ ਵਿਧਵਾ ਅੰਗਹੀਣ ਲੋਕਾਂ ਨੂੰ 3,000 ਰੁਪਏ ਪ੍ਰਤੀ ਪੈਨਸ਼ਨ ਦਿੱਤੀ ਜਾਵੇ। ਇਸ ਵਿਸ਼ਿਆਂ ਨੂੰ ਮੁੱਖ ਰੱਖ ਕੇ ਅਸੀਂ ਮਹਾਰਾਜਾ ਅਮਰਿੰਦਰ ਸਿੰਘ ਦਾ ਪੈਲਸ ਦਾ ਘਿਰਾਓ ਕਰ ਰਹੇ ਹਾਂ 15 ਦਸੰਬਰ ਨੂੰ। ਇਹਦੇ ਲਈ ਪੁਲਿਸ ਵੱਡੀ ਇੱਕ ਮਤਲਬ ਜਿਹੜੀ ਹੈਗੀ ਉਹ ਪੁਲਿਸ ਖਬਰ ਲਾਉਣੀ ਆ, ਛੋਟੀ ਜਿਹੀ ਨਾ ਲਾਇਓ।